मत हरन कल मैं हर को नाम। निस दिन जो नानक भजै सफल हुए तिह काम। मूक उचरै शास्त्र खट पिंग गिरन चढ़ जाए। अंध लखै बदरो सुनै जो काल कृपा कराए। हमें दृष्ट शुभ करै हरै अग पाप सकल मल। काम क्रोध अर लोभ मोह वस करै सबै बल। सदा सुख मन वसै दुख संसार खोवै। गुर नव निद दरियाओ जन्म हम कालख तोवै। सो कहो टल गुर सेवियै अहनिस सहज सुभाए। दर्शन परसे गुरु कै जन्म मरण दुख जाय। दर्शन परसे गुरु कै जन्म मरण दुख जाय। सतनाम श्री वाहे गुरु साहेब जियो। सोचै सोच ना होवै जे सोचे लख वार। चुप चुप ना होवै जे लाए रहा लेवतार। सोचा सोच ना होवै जे सोचे लख वार। चुप चुप ना होवै जे लाए रहा लेवतार। भुखिया भुख ना उतरे जे बन्ना पुरिया पहार। सहस सियाणपा लख होए ता एक ना चलै नाल। केव सचारा होइया केव कूड़ा टुटै पाल। हुक्म रजाए चलना नानक लिखिया नाल। केव सचारा होइया केव कूड़ा टुटै पाल। हुक्म रजाए चलना नानक लिखिया नाल। वाहेगुरु जी का खालसा वाहेगुरु जी के फतेह। सच्चे बादशाह दीना बंधु पतित पावन किरपा दे सागर
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਪਰਮ ਦਇਆ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦਾ ਸੁਖ ਮਾਣ ਰਹੇ ਹੋ। ਜਿਸ ਪਾਵਨ ਅਸਥਾਨ ਤੇ ਚੌਜੀ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਆਪ ਪੰਥ ਵਾਲੀ ਸਤਿਗੁਰੂ ਜੋਤੀ ਜੋਤ ਸਮਾਏ ਉਸ ਮਹਾਨ ਪਵਿੱਤਰ ਸਥਾਨ ਦੀ ਚਰਨ ਧੂੜ ਨੂੰ ਆਪ ਪਰਸ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਤੁਰਕੀ ਬਾਣੀ ਦੀ ਪਵਿੱਤਰ ਲੜੀਵਾਰ ਕਥਾ ਦਾ ਸਮਾਂ ਹੈ। ਜਿਸ ਪਵਿੱਤਰ ਬਾਣੀ ਦੀ ਆਰੰਭਤਾ ਹੋਈ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਸੁਰਤ ਜੋੜਦੇ ਹੋਏ ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰੀਏ। ਸਾਧ ਸੰਗਤ ਜੀ, ਇਹ ਮਹਾਨ ਪਵਿੱਤਰ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਜਿਸ ਦੀਆਂ ਤੁਸੀਂ ਉਥਾਨਕਾਵਾਂ ਸੁਣਨਾ ਕੀਤੀਆਂ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੁੱਲ ਜਗਤ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਬਾਣੀ ਦਾ ਪ੍ਰਕਾਸ਼ ਕੀਤਾ। ਜੋ ਸਾਡੇ ਪੰਥ ਅੰਦਰ ਵਿਦਵਾਨ ਪੁਰਖ ਹੋਏ ਹੈ, ਮਹਾਂਪੁਰਖ ਹੋਏ ਹੈ, ਜਪਜੀ ਸਾਹਿਬ ਦਾ ਮਹਾਨ ਮਹਾਤਮ ਉਹਨਾਂ ਨੇ ਕਥਨ ਕੀਤਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਜਿਹੜਾ ਸਿੱਖ ਹੋ ਕਰਕੇ ਜਪਜੀ ਸਾਹਿਬ ਨਹੀਂ ਪੜ੍ਹਦਾ ਉਹਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਚੌਲਾਂ ਦੇ ਉੱਤੋਂ ਛਿਲਕਾ ਲਾ ਦਿੱਤਾ ਜਾਵੇ, ਵਿੱਚ ਦਾਣਾ ਨਹੀਂ ਹੁੰਦਾ ਤੇ ਕੇਵਲ ਉਹ ਫੂਸ ਹੀ ਰਹਿ ਜਾਂਦਾ ਹੈ। ਕਹਿੰਦੇ ਉਸ ਸਿੱਖ ਦਾ ਜੀਵਨ ਉਸ ਫੂਸ ਵਰਗਾ ਖਾਲੀ ਹੈ ਜਿਹੜਾ ਜਪਜੀ ਸਾਹਿਬ ਨਹੀਂ ਪੜ੍ਹਦਾ ਹੈ। ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਵੇਖੋ, ਸਿੱਖ ਹੋ ਕਰਕੇ ਜਿਹੜੇ ਜਪਜੀ ਸਾਹਿਬ ਨਹੀਂ ਪੜ੍ਹਦੇ, ਬਹੁਤ ਇਹ ਸਾਧ ਸੰਗਤ ਜੀ ਮਾੜੀ ਗੱਲ ਹੈ। ਅੱਜ ਤੋਂ ਤਕਰੀਬਨ 18-19 ਸਾਲ ਪਹਿਲਾਂ ਦਾਸ ਮਸਕਟ ਵਿੱਚ ਗਿਆ ਸੀ ਸਿੱਖੀ ਦੇ ਪ੍ਰਚਾਰ ਵਾਸਤੇ, ਕਥਾ ਵਾਸਤੇ, ਮਹਾਂਪੁਰਖਾਂ ਦੀ ਆਗਿਆ ਨਾਲ। ਉਹ ਇਸਲਾਮਿਕ ਦੇਸ਼ ਹੈ ਸਾਧ ਸੰਗਤ ਜੀ। ਜਿਸ ਵਕਤ ਉਥੋਂ ਦੇ ਸਿੰਘਾਂ ਨੇ ਸਾਨੂੰ ਕੁਝ ਮੌਲਵੀਆਂ ਨਾਲ ਮਿਲਾਇਆ ਤੇ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਸਾਨੂੰ ਜਪਜੀ ਸਾਹਿਬ ਸੁਣਾਇਆ। ਫਿਰ ਅਸੀਂ ਪੁੱਛਿਆ ਕਿ ਤੁਸੀਂ ਕਿਉਂ ਪੜ੍ਹਦੇ ਹੋ, ਇਹਦਾ ਕੀ ਕਾਰਨ ਹੈ? ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਜੋ शांति इस कलाम के पढ़ने से मिलती है और किसी भी यत्न से शांति नहीं प्राप्त होती। जे मुसलमान सतगुरां दी बाणी पढ़दे है, अकीदा रखदे है, सतगुरु जी नूं गुरु बाबा नानक जी इस तरह कह के पुकारदे है, अदब नाल महाराज जी दा नाम लैंदे है। सच्चे पातशाह जी ने ਆਪਣੇ ਹੁੰਦਿਆਂ ਪਵਿੱਤਰ ਬਾਣੀ ਦਾ ਵੱਡਾ ਜਿਹੜਾ ਫਲ ਸੀ ਸਾਧ ਸੰਗਤ ਜੀ ਉਹ ਦਰਸਾਇਆ। ਭਾਈ ਗੋਪਾਲਾ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਾਣੀ ਦਾ ਪਾਠ ਸੁਣਿਆ, ਆਖਿਆ ਸੀ ਕਿ ਕੋਈ ਮਨ ਦੀਆਂ ਬਿਰਤੀਆਂ ਰੋਕ ਕਰਕੇ ਇਕਾਗਰ ਚਿੱਤ ਹੋ ਕਰਕੇ ਸਾਨੂੰ ਜਪਜੀ ਸਾਹਿਬ ਸੁਣਾਵੇ। ਹੈ ਕੋਈ ਐਸਾ ਸਿੱਖ? ਕੋਈ ਨਾ। ਜਦੋਂ ਹਿੱਲਿਆ ਫਿਰ ਭਾਈ ਗੋਪਾਲਾ ਜੀ ਨੇ ਸਤਿਗੁਰਾਂ ਜੀ ਦੇ ਬਚਨ ਤੇ ਉੱਠ ਕਰਕੇ ਬੇਨਤੀ ਕੀਤੀ, ਮਹਾਰਾਜ ਜੇ ਆਪ ਮੇਰੇ ਸ਼ੀਸ਼ ਤੇ ਮਿਹਰ ਭਰਿਆ ਹੱਥ ਰੱਖੋ ਤੇ ਆਪ ਜੀ ਦੀ ਆਗਿਆ ਨਾਲ ਮੈਂ ਮਹਾਰਾਜ ਬਾਣੀ ਸੁਣਾ ਸਕਾਂਗਾ। ਭਾਈ ਗੋਪਾਲਾ ਜੀ ਨੇ ਮਨ ਦੇ ਫੁਰਨੇ ਰੋਕ ਕੇ ਹਜੂਰ ਨੂੰ ਜਦੋਂ ਜਪਜੀ ਸਾਹਿਬ ਦੀ ਬਾਣੀ ਸੁਣਾਈ, ਇੱਕ ਚਿੱਤ ਹੋ ਕੇ ਹਜੂਰ ਸੁਣਦੇ ਰਹੇ।
ਜਦੋਂ ਭਾਈ ਗੋਪਾਲਾ ਜੀ ਸ਼ਲੋਕ ਪੜ੍ਹ ਰਹੇ ਸਨ, ਵਾਹਿਗੁਰੂ ਦੀ ਵੇਖੋ ਕਿਹੋ ਜੀ ਕਲਾ ਵਰਤਦੀ ਹੈ, ਉਦੋਂ ਇਧਰ ਸਤਿਗੁਰਾਂ ਜੀ ਨੇ ਖਿਆਲ ਕੀਤਾ ਕਿ ਹੁਣ ਜਪਜੀ ਸਾਹਿਬ ਦੀ ਭੇਟ ਕੀ ਚੜਾਈਏ ਭਾਈ ਗੋਪਾਲੇ ਨੂੰ। ਇਹਨੇ ਮਨ ਰੋਕ ਕੇ ਸਾਨੂੰ ਜਪਜੀ ਸਾਹਿਬ ਇੱਕ ਚਿੱਤ ਹੋ ਕੇ ਸੁਣਾਇਆ। ਸਤਿਗੁਰਾਂ ਜੀ ਨੇ ਤਿੰਨਾਂ ਲੋਕਾਂ ਵਿੱਚ ਨਿਗਾਹ ਮਾਰੀ, ਹਜੂਰ ਨੂੰ ਜਪਜੀ ਸਾਹਿਬ ਦੀ ਭੇਟਾ ਦੇ ਬਦਲੇ ਹੋਰ ਕੁਝ ਨਹੀਂ ਸਾਹਮਣੇ ਆਇਆ। ਮਹਾਰਾਜ ਕਹਿੰਦੇ ਭਾਈ ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਹੈ, ਇਹ ਹੀ ਭੇਟ ਕਰਦੀ ਹੈ ਭਾਈ ਗੋਪਾਲੇ ਨੂੰ। ਹਜੂਰ ਇਸ ਤਰ੍ਹਾਂ ਕਰਨ ਵਾਸਤੇ ਜਦੋਂ ਤਖਤ ਤੋਂ ਉੱਠੇ, ਹਜੂਰ ਨੇ ਆਪਣਾ ਚਰਨ ਉਠਾਇਆ ਏ। ਭਾਈ ਗੋਪਾਲਾ ਜੀ ਦੇ ਉਸੇ ਵੇਲੇ ਫੁਰਨਾ ਆਇਆ ਕਿ ਮਹਾਰਾਜ ਸ਼ਾਇਦ ਉੱਠ ਚੱਲੇ ਐ, ਜੇ ਹੋਵੇ ਤਾਂ ਸਤਿਗੁਰੂ ਮੈਨੂੰ ਸੋਨੇ ਦੀ ਕਾਠੀ ਵਾਲਾ ਘੋੜਾ ਜਿਹੜੇ 5 ਚੜਾਏ ਉਹਨਾਂ ਚੋਂ ਇੱਕ ਮੈਨੂੰ ਦੇ ਦੇਣ। ਮਹਾਰਾਜ ਬੈਠ ਗਏ ਸੀ। ਸ਼ਲੋਕ ਸੰਪੂਰਨ ਹੋਇਆ। ਹਜੂਰ ਨੇ ਕਿਹਾ, ਭਾਈ ਗੋਪਾਲਾ ਨਿਹਾਲ ਹੋਇਓ, ਜੇ ਫੁਰਨਾ ਨਾ ਕਰਦਾ ਤੂੰ ਅੱਜ ਤੈਨੂੰ ਗੁਰਤਾ ਗੱਦੀ ਦੇਣ ਲੱਗੇ ਸਾਂ। ਸੋਨੇ ਦੀ ਕਾਠੀ ਪਵਾ ਕੇ ਉਹ ਘੋੜਾ ਸਤਿਗੁਰਾਂ ਜੀ ਨੇ ਭਾਈ ਗੋਪਾਲਾ ਜੀ ਨੂੰ ਭੇਟ ਕੀਤਾ, ਨਾਲ ਮੋਹਰਾਂ ਅਸ਼ਰਫੀਆਂ ਭੇਟ ਕੀਤੀਆਂ। ਆਖਿਆ, ਭਾਈ ਗੋਪਾਲਾ ਫਿਰ ਵੀ ਇਹ ਭੇਟਾ ਨਹੀਂ ਦਿੱਤੀ ਜਾ ਸਕਦੀ, ਤੇਰੀਆਂ 21 ਕੁੱਲਾਂ ਤਰ ਜਾਣਗੀਆਂ। ਐਡਾ ਵੱਡਾ ਮਹਾਰਾਜ ਜੀ ਨੇ ਸਾਧ ਸੰਗਤ ਜੀ ਫਲਾਦੇਸ਼ ਬਖਸ਼ਿਸ਼ ਕੀਤਾ। ਪਵਿੱਤਰ ਬਾਣੀ ਦੀ ਮਹਿਮਾ ਸ਼ਬਦਾਂ ਦੁਆਰਾ ਕਥਨ ਤੇ ਕਹਿਣ ਤੋਂ ਪਰੇ ਹੈ। ਜਿਹੜੇ ਗੁਰਸਿੱਖ ਜਪਜੀ ਸਾਹਿਬ ਦੀ ਬਾਣੀ ਨਾਲ ਪਿਆਰ ਕਰਦੇ ਐ, ਭਾਈ ਲੱਖੂ ਜੀ ਵਰਗੇ ਮਹਾਂਪੁਰਖ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਸਾਧ ਸੰਗਤ ਜੀ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੋਂ ਸਿੱਖੀ ਦੀ ਦਾਤ ਪ੍ਰਾਪਤ ਹੋਈ, 80 ਜਪਜੀ ਸਾਹਿਬ ਦੇ ਪਾਠ ਕਰਿਆ ਕਰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਐਸੀ ਕਲਾ ਇਸ ਬਾਣੀ ਦੁਆਰਾ ਵਰਤਦੀ ਹੈ, ਬ੍ਰਹਮ ਦਾ ਗਿਆਨ ਹਿਰਦੇ ਦੇ ਅੰਦਰ ਸੰਪੂਰਨ ਹੁੰਦਾ ਹੈ। ਸਤਿਗੁਰੂ ਜੀ ਨੇ ਮੂਲ ਮੰਤਰ ਦੁਆਰਾ ਸਿੱਧਾ ਨੂੰ ਸਾਧ ਸੰਗਤ ਜੀ ਆਪਣੇ ਇਹ ਮੰਤਰ ਦੀ ਜਿਹੜੀ ਸੀ ਨਾ, ਇਹ ਹਜੂਰ ਨੇ ਬਖਸ਼ਿਸ਼ ਕੀਤੀ। ਉਹਨਾਂ ਕਿਹਾ ਸੀ, ਮਹਾਰਾਜ ਇੱਕ ਕਿਉਂ ਹੈ? ਹਜੂਰ ਕਹਿੰਦੇ, ਭਾਈ ਓੰਕਾਰ ਹੋਣੇ ਕਰਕੇ ਇੱਕ ਹੈ, ਕਿਉਂਕਿ ਸਭ ਦੀ ਉਤਪਤੀ ਕਰਦਾ ਹੈ ਨਾ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਇਸ ਕਰਕੇ ਮਹਾਰਾਜ ਕਹਿੰਦੇ ਓੰਕਾਰ ਹੋਣੇ ਕਰਕੇ ਉਹ ਇੱਕ ਹੈ। ਅੱਛਾ ਮਹਾਰਾਜ ਓੰਕਾਰ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਸਤਿ ਹੈ, ਇਸ ਕਰਕੇ। ਮਹਾਰਾਜ ਸਤ ਕਿਵੇਂ ਹੈ? ਮਹਾਰਾਜ ਕਹਿੰਦੇ ਨਾਮ ਪ੍ਰਸਿੱਧ ਹੈ, ਇਸ ਕਰਕੇ ਸਤਿ ਹੈ। ਮਹਾਰਾਜ ਜੀ ਨਾਮ ਕਿਵੇਂ ਹੈ? ਹਜੂਰ ਕਹਿੰਦੇ ਕਰਤਾ ਹੈ। ਅੱਛਾ ਮਹਾਰਾਜ ਕਰਤਾ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਪੁਰਖ ਹੈ, ਪੂਰਨ ਸਭ ਥਾਵਾਂ ਤੇ ਮਹਾਰਾਜ ਪੁਰਖ ਕਿਵੇਂ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਿਰਭਉ ਹੋਣੇ ਕਰਕੇ ਭਾਈ ਸਭ ਥਾਵਾਂ ਤੇ ਪੂਰਨ ਹੋ ਰਿਹਾ ਹੈ। ਫਿਰ ਮਹਾਰਾਜ ਨਿਰਭਉ ਕਿਵੇਂ ਹੈ? ਹਜੂਰ ਕਹਿੰਦੇ ਨਿਰਵੈਰ ਹੋਣੇ ਕਰਕੇ। ਸੱਚੇ ਪਾਤਸ਼ਾਹ ਜੀ ਨਿਰਵੈਰ ਕਿਵੇਂ ਹੈ? ਮਹਾਰਾਜ ਕਹਿੰਦੇ ਅਕਾਲ ਮੂਰਤ ਹੋਣੇ ਕਰਕੇ। ਮਹਾਰਾਜ ਅਕਾਲ ਮੂਰਤ ਕਿਵੇਂ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਜਨਮਾ ਹੋਣੇ ਕਰਕੇ। ਤੇ ਮਹਾਰਾਜ ਅਜਨਮਾ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਸਹਿ ਭੰਗ ਸੁਤੇ ਪ੍ਰਕਾਸ਼ ਹੋਣੇ ਕਰਕੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਭੰਗ ਕਿਵੇਂ ਹੈ? ਹਜੂਰ ਕਹਿੰਦੇ ਗੁਰ ਚੇਤਨ ਹੋਣੇ ਕਰਕੇ। ਫਿਰ ਮਹਾਰਾਜ ਚੇਤਨ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਪ੍ਰਸਾਦ ਆਨੰਦ ਹੋਣੇ ਕਰਕੇ। ਆਨੰਦ ਸਰੂਪ ਹੋਣੇ ਕਰਕੇ ਮਹਾਰਾਜ ਕਹਿੰਦੇ ਉਹ ਚੇਤਨ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਫਿਰ ਮਹਾਰਾਜ ਕਹਿੰਦੇ ਜਪ ਉਹ ਜਪਣੇ ਯੋਗ ਹੈ। ਸਤਿਗੁਰੂ ਜੀ ਕਹਿੰਦੇ ਉਹ ਪੂਜਣੇ ਯੋਗ ਹੈ। ਇਹ ਬਾਣੀ ਦਾ ਨਾਮ ਸਤਿਗੁਰਾਂ ਜੀ ਨੇ ਧਰਨਾ ਕੀਤਾ। ਫਿਰ ਸਿੱਧਾ ਕਿਹਾ, ਮਹਾਰਾਜ ਕਾਲ ਤੇ 3 ਹੁੰਦੇ ਆ, ਤੁਸੀਂ 4 ਵਾਰੀ ਉਚਾਰਨ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਜਿਵੇਂ ਕਿਹਾ ਨਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮਹਾਰਾਜ ਕਾਲ ਤੇ 3 ਹੈ ਤੇ ਤੁਸੀਂ 4 ਵਾਰੀ ਕਹਿਤਾ। ਹਜੂਰ ਕਹਿੰਦੇ ਜੇ 3 ਵਾਰੀ ਕਹਿੰਦੇ ਤੇ ਕਾਲ ਦੇ ਅਧੀਨ ਆਉਣਾ ਸੀ। ਉਹ ਕਾਲ ਤੋਂ ਸੁਤੰਤਰ ਹੈ। ਜਦੋਂ ਕਾਲ ਵੀ ਨਹੀਂ ਸੀਗਾ ਨਾ, ਕਾਲ ਨੂੰ ਪੈਦਾ ਕਰਨ ਵਾਲਾ ਉਹ ਆਪ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੁਤੰਤਰ ਹੈ। ਤਾਂ ਇਸ ਕਰਕੇ ਕਿਹਾ ਕਿ ਜਦੋਂ ਕੁਝ ਵੀ ਨਹੀਂ ਸੀਗਾ, ਮਹਾਰਾਜ ਕਹਿੰਦੇ ਉਦੋਂ ਵੀ ਭਾਈ ਉਹ ਸੱਚ ਸੀਗਾ। ਜਦੋਂ ਸਭ ਰਚਨਾ ਦਾ ਉਸਨੇ ਪਸਾਰਾ ਪਸਾਰਿਆ ਏ, ਯੁਗਾਂ ਦੀ ਮਰਿਆਦਾ ਬੰਨੀ ਹੈ, ਉਦੋਂ ਵੀ ਮਹਾਰਾਜ ਕਹਿੰਦੇ ਸੱਚ ਸੀਗਾ। ਹੁਣ ਵੀ ਸਤਿਗੁਰੂ ਜੀ ਕਹਿੰਦੇ ਸੱਚ ਵੈ। ਨਿਸ਼ਚੇ ਵਾਚਕ ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਤ੍ਰਈ ਕਾਲ ਆਬਾਦ ਸਤ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਮੰਤਰ ਦਾ ਜਦੋਂ ਉਚਾਰਨ ਕੀਤਾ,
ਫਿਰ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਹੈ, ਉਹ ਜਪਜੀ ਸਾਹਿਬ ਦੇ ਹਵਾਲਿਆਂ ਨਾਲ ਭਾਈ ਸਾਹਿਬ ਜੀ ਨੇ ਬਹੁਤ ਸੋਹਣਾ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ। ਜਿਵੇਂ ਜਿਵੇਂ ਅੱਗੇ ਪੌੜੀਆਂ ਦੁਆਰਾ ਜ਼ਿਕਰ ਆਵੇਗਾ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਮੇਰ ਪਰਬਤ ਨੂੰ ਹਜੂਰ ਤੁਰੇ ਸਨ, ਉਦੋਂ ਸਾਧ ਸੰਗਤ ਜੀ ਗੋਰਖਨਾਥ ਪਹਿਲਾਂ ਮਹਾਰਾਜ ਜੀ ਨੂੰ ਧਰਤੀ ਤੇ ਮਿਲ ਗਿਆ ਸੀਗਾ, ਦਰਸ਼ਨ ਹਜੂਰ ਦੇ ਕਰ ਗਿਆ ਸੀਗਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹਨੇ ਨਿਯੰਤਰਾ ਦੇ ਦਿੱਤਾ ਸੀ, ਮਹਾਰਾਜ ਸਮੇਰ ਤੇ ਆਓ। ਸਤਿਗੁਰੂ ਜੀ ਇਹਦੀ ਬੇਨਤੀ ਮੰਨ ਕਰਕੇ ਹੀ ਸਮੇਰ ਨੂੰ ਆ ਰਹੇ ਸੀ। ਤੇ ਜਦੋਂ ਸਮੇਰ ਪਰਬਤ ਤੇ ਪਤਾ ਲੱਗ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮੇਰ ਪਰਬਤ ਤੇ ਆ ਰਹੇ ਹੈ, ਤੇ ਬਾਕੀ ਜਿਹੜੇ ਸਿੱਧ ਸੀ ਉਹ ਫਿਰ ਆਪਸ ਵਿੱਚ ਚਰਚਾ ਕਰਨ ਲੱਗੇ। ਗੋਰਖਨਾਥ ਬਹਿ ਗਿਆ, ਸਭ ਦੇ ਅੰਦਰ ਚਰਚਾ ਹੋਣ ਲੱਗੀ। ਕਹਿੰਦੇ ਨਾਨਕ ਤਪੈ ਬੜੀ ਉਸਤਤ ਹੋ ਰਹੀ ਹੈ, ਬੜਾ ਸੰਸਾਰ 'ਚ ਜਸ ਫੈਲ ਰਿਹਾ ਹੈ, ਤੇ ਉਹ ਸਭ ਮਾਨੀ ਹੈ, ਹੰਕਾਰੀ ਹੈ, ਜਿਹੜਾ ਉਹ ਕੋਈ ਨਾ ਕੋਈ ਉੱਠ ਕਰਕੇ ਸਿੱਧ ਬੋਲਦਾ ਹੈ ਕਿ ਉਹਨਾਂ ਨੂੰ ਰੋਕਣਾ ਚਾਹੀਏ, ਇੱਧਰ ਨਹੀਂ ਆਉਣ ਦੇਣਾ ਚਾਹੀਦਾ। ਤੋ ਸਾਧ ਸੰਗਤ ਜੀ ਜਿੱਥੇ ਲਿਲ ਦਾਖ ਦੇ ਨਜ਼ਦੀਕ, ਜਿੱਥੋਂ ਚਾਈਨਾ ਦੀ ਅੱਗੇ ਹੱਦ ਸ਼ੁਰੂ ਹੁੰਦੀ ਹੈ, ਉੱਥੇ ਗੁਰਦੁਆਰਾ ਪੱਥਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਯਾਦਗਾਰ ਬਣਿਆ ਹੋਇਆ। ਦੈਂਤਾਂ ਦੀ ਉਹ ਧਰਤੀ ਮੰਨੀ ਗਈ, ਕਹਿੰਦੇ ਉਹ ਮਹਾਰਾਜ ਜੀ ਦੇ ਪੱਥਰ ਮਾਰਿਆ ਸੀ ਤੇ ਸਭ ਸਾਧ ਸੰਗਤ ਜੀ ਪੱਥਰ ਮੋਮ ਬਣ ਕੇ ਸਤਿਗੁਰਾਂ ਜੀ ਨੂੰ ਆ ਕਰਕੇ ਛੋਇਆ ਸੀਗਾ। ਤੇ ਜਿੱਥੇ ਜਿੱਥੇ ਹਜੂਰ ਦੇ ਸਰੀਰ ਨੂੰ ਛੋਇਆ ਸੀ, ਮਹਾਰਾਜ ਦੇ ਸਰੀਰ ਦਾ ਆਕਾਰ ਉਸ ਪੱਥਰ ਵਿੱਚ ਬਣਿਆ ਹੋਇਆ ਹੈ। ਇਸ ਕਰਕੇ ਉਸ ਗੁਰਦੁਆਰੇ ਸਾਹਿਬ ਦਾ ਨਾਮ ਗੁਰਦੁਆਰਾ ਪੱਥਰ ਸਾਹਿਬ ਹੈ। ਹਿੰਦੁਸਤਾਨ ਦੀ ਆਰਮੀ ਜਿਹੜੀ ਹੈ ਸਾਧ ਸੰਗਤ ਜੀ, ਉਧਰ ਸਿੱਖ ਆਬਾਦੀ ਨਾ ਹੋਣੇ ਕਰਕੇ ਆਪਣੇ ਤਰੀਕੇ ਨਾਲ ਉਥੋਂ ਦੇ ਸਥਾਨਕ ਲੋਕ ਉਸ ਅਸਥਾਨ ਦੀ ਪੂਜਾ ਕਰਦੇ ਹੈ, ਤੇ ਸਿੱਖ ਜਿਹੜੇ ਆ ਸਾਧ ਸੰਗਤ ਜੀ ਉੱਥੇ ਜਾ ਕਰਕੇ ਸੇਵਾ ਸੰਭਾਲ, ਜਿਹੜੇ ਆ ਆਰਮੀ ਦੇ ਸਿੱਖ ਰੈਜੀਮੈਂਟਾਂ ਵਿੱਚ, ਉਹ ਉਸ ਅਸਥਾਨ ਦੀ ਸੰਭਾਲ ਕਰਦੇ ਆ। ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਯਾਤਰਾ ਦਾ ਬਹੁਤ ਵਿਸਥਾਰ ਲਿਖਿਆ ਹੈ। ਤੇ ਫਿਰ ਸਿੱਧ ਜਿਹੜੇ ਸੀ ਜਦੋਂ ਉਹ ਕਹਿਣ ਕਿ ਨਹੀਂ ਇੱਧਰ ਇਹਨਾਂ ਨੂੰ ਆਉਣ ਦੇਣਾ ਚਾਹੀਦਾ, ਗੋਰਖਨਾਥ ਨੂੰ ਇੱਕ ਕਹੇ ਕਿ ਮੈਨੂੰ ਦਿਓ ਆਗਿਆ ਮੈਂ ਰੋਕਾਂ ਜਾ ਕਰਕੇ, ਉਹ ਫਿਰ ਆਪੋ ਆਪਣੇ ਸਾਧ ਸੰਗਤ ਜੀ ਸ਼ਕਤੀ ਨਾਲ ਹਜੂਰ ਨੂੰ ਰੋਕਣ ਦਾ ਯਤਨ ਕਰਦੇ। ਕੋਈ ਪਹਿਲਾਂ ਤਾਂ ਸਵਾਲਾਂ ਦੀਆਂ ਇਹਨਾਂ ਨੇ ਇੰਨੀਆਂ ਵਿਛਾੜਾਂ ਕੀਤੀਆਂ, ਮਹਾਰਾਜ ਸਰੀਰ ਕੀ ਹੈ, ਕਿੰਨੀਆਂ ਧਾਤਾਂ ਨੇ, ਇਹਦੇ ਵਿੱਚ ਕਿੰਨੀਆਂ ਹਵਾਵਾਂ ਨੇ, ਤ੍ਰਿਕੁਟੀ ਕੀ ਹੈ, ਦਸਮ ਕਿੱਥੇ ਹੈ, ਕਿਵੇਂ ਖੁੱਲਦਾ ਹੈ, ਇਹ ਸਭ ਪ੍ਰਸ਼ਨ ਉੱਤਰ ਕਵੀ ਰਾਜ ਜੀ ਨੇ ਉੱਥੇ ਲਿਖੇ ਹੋਏ ਆ ਬੜੇ ਵਿਸਥਾਰ ਨਾਲ। ਹਜੂਰ ਨੇ ਇੱਕ ਇੱਕ ਪ੍ਰਸ਼ਨ ਦਾ ਉੱਤਰ ਦਿੱਤਾ। ਸਭ ਹਾਰ ਖਾ ਖਾ ਕੇ ਵਾਪਸ ਮੁੜਦੇ ਰਹੇ। ਇੱਕ ਨੇ ਜਿਹੜੀ ਸਿਲਾ ਤੇ ਮਹਾਰਾਜ ਬੈਠੇ ਸੀ ਉਸ ਪੱਥਰ ਨੂੰ ਉਡਾਉਣ ਦਾ ਸ਼ਕਤੀ ਲਾ ਕੇ ਯਤਨ ਕੀਤਾ। ਸਭ ਸ਼ਕਤੀਆਂ ਲਾ ਕੇ ਜਦੋਂ ਹੰਭ ਗਿਆ ਤੇ ਫਿਰ ਚਰਨੀ ਪੈ ਕੇ ਵਾਪਸ ਪਰਤ ਗਿਆ। ਜਿਹੜਾ ਸਾਧ ਸੰਗਤ ਜੀ ਇੱਕ ਭੰਗਰਨਾਥ ਸੀ ਨਾ, ਉਸ ਨੇ ਫਿਰ ਗੋਰਖ ਨੂੰ ਪੁੱਛਿਆ ਕਿ ਸਾਰੇ ਹਾਰ ਖਾ ਖਾ ਕੇ ਆ ਰਹੇ ਐ, ਤੁਸੀਂ ਆਪ ਕਿਉਂ ਨਹੀਂ ਜਾ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਰੋਕਦੇ? ਗੋਰਖਨਾਥ ਨੇ ਕਿਹਾ ਕਿ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਰੋਕਣ ਦੇ ਕੋਈ ਸਮਰੱਥ ਨਹੀਂ, ਤੇ ਫਿਰ ਤੁਸੀਂ ਉਹਨਾਂ ਨੂੰ ਭੇਜਦੇ ਕਿਉਂ? ਗੋਰਖਨਾਥ ਕਹਿੰਦਾ ਹੰਕਾਰੀ ਐ ਸਾਰੇ, ਇਹਨਾਂ ਦਾ ਹੰਕਾਰ ਤੋੜਨਾ ਤਾਂ ਭੇਜ ਰਿਹਾ ਇਹਨਾਂ ਨੂੰ ਵਾਰ-ਵਾਰ। ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨਹੀਂ ਲੈਣੀ, ਨਹੀਂ ਤੇ ਪਹਿਲੋਂ ਇਹਨਾਂ ਦਾ ਹੰਕਾਰ ਤੋੜਨਾ, ਫਿਰ ਸਤਿਗੁਰੂ ਇੱਥੇ ਸਾਨੂੰ ਸਿੱਧਾ ਰਾਹ ਦਿਖਾਉਣ ਆ ਰਹੇ ਐ। ਤੇ ਇਹ ਸਾਰਾ ਪੰਥ ਜਿਹੜਾ ਨਾ ਹੁਣ ਯੋਗ ਮਤ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਅਨੁਸਾਰ ਚੱਲੇਗਾ। ਤੇ ਫਿਰ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਾ ਚੜ੍ਹੇ ਜਦੋਂ ਸਮੇਰ ਦੇ ਉੱਤੇ ਗੁਰੂ ਬਾਬਾ ਜੀ, ਤੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਸ਼ਬਦ ਦੀ ਤਾਕਤ ਨਾਲ ਮਹਾਰਾਜ ਜੀ ਨੇ ਸਿੱਧ ਮੰਡਲੀ ਦੇ ਉੱਤੇ ਫਤਿਹ ਪਾਈ। ਇਹ ਬੜੇ ਬੜੇ ਸਾਧ ਸੰਗਤ ਜੀ ਵਿਦਵਾਨ ਦਸਮ ਜਿਹੜੇ ਸੀ ਦਵਾਰ ਦੇ ਅੰਦਰ ਬਿਰਤੀਆਂ ਚੜਾਉਣ ਵਾਲੇ ਸਿੱਧ ਪੁਰਸ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਸਵਾਲ ਕਰਨੇ ਇਹਨਾਂ ਨੇ ਆਰੰਭ ਕੀਤੇ ਐ। ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਜਿਵੇਂ ਇਹਨਾਂ ਨੇ ਸਵਾਲ ਕੀਤੇ ਐ ਹਜੂਰ ਉੱਤਰ ਦਿੰਦੇ ਐ। ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਚਾ ਸੋਚ ਨਾ ਹੋਵਾਏ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਪ੍ਰਸ਼ਨ ਕੀਤਾ ਸਿੱਧਾ ਨੇ, ਮਹਾਰਾਜ ਆਪ ਨਾਮ ਦੇ ਜਪਣ ਤੋਂ ਹੀ ਸਭ ਦੀ ਕਲਿਆਣ ਦੱਸਦੇ ਹੋ ਸੱਚੇ ਪਾਤਸ਼ਾਹ, ਔਰ ਸਾਡੇ ਮਤ ਵਿੱਚ ਤਾਂ ਮਹਾਰਾਜ ਜੀਵ ਦੀ ਕਲਿਆਣ ਵਾਸਤੇ 4 ਸਾਧਨ ਨੇ। ਸਤਿਗੁਰੂ ਜੀ ਕਹਿੰਦੇ ਦੱਸੋ ਭਾਈਓ ਕਿਹੜੇ ਸਾਧਨ ਮੈਂ? ਕਹਿੰਦੇ ਮਹਾਰਾਜ ਪਹਿਲਾ ਸਾਧਨ ਹੈ ਕਿ ਸੁੱਚ ਪਵਿੱਤਰਤਾ ਦੇ ਨਾਲ ਜੀਵ ਦਾ ਭਲਾ ਹੋ ਸਕਦਾ, ਉਹਦੀ ਕਲਿਆਣ ਹੋ ਸਕਦੀ ਹੈ, ਸਾਡਾ ਇਹ ਵੱਡਾ ਸਾਧਨ ਹੈ। ਜਿਵੇਂ ਸਾਧ ਸੰਗਤ ਜੀ ਜੋ ਇੱਕ ਇਹਨਾਂ ਦਾ ਪ੍ਰਸ਼ਨ ਹੈ ਨਾ, ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਇੱਕ ਪ੍ਰਸ਼ਨ ਨੂੰ ਸਤਿਗੁਰਾਂ ਜੀ ਨੇ ਉੱਤਰ ਰੂਪ ਦੇ ਅੰਦਰ ਉਹਨਾਂ ਨੂੰ ਤੋੜਦਿਆਂ ਹੋਇਆਂ ਸਤਿਗੁਰਾਂ ਜੀ ਨੇ ਸੱਚ ਦਾ ਮਾਰਗ ਦਰਸਾਇਆ ਗਰੀਬ ਨਵਾਜ ਜੀ ਨੇ। ਕਿਉਂਕਿ ਸ੍ਰਿਸ਼ਟੀ ਸਾਧ ਸੰਗਤ ਜੀ ਅਧੋਗਤੀ ਨੂੰ ਜਾ ਰਹੀ ਸੀ, ਕਿਸੇ ਨੂੰ ਵੀ ਵਾਹਿਗੁਰੂ ਦੇ ਮਿਲਣ ਤੱਕ, ਵਾਹਿਗੁਰੂ ਦੇ ਪ੍ਰਕਾਸ਼ ਦੀ ਸਾਧ ਸੰਗਤ ਜੀ ਅਨੁਭਵੀ ਤਾਕਤ ਤੱਕ ਦਾ ਕੋਈ ਸਪਰਸ਼ ਨਹੀਂ ਸੀ। ਇਹ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਲਾ ਕੀਤਾ ਇਸ ਸੰਸਾਰ ਦਾ। ਹਜੂਰ ਨੇ ਜੀਆਂ ਨੂੰ ਅਨੁਭਵੀ ਪ੍ਰਕਾਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪਣੇ ਅੰਦਰ ਨੂੰ ਸਤਿਗੁਰਾਂ ਜੀ ਨੇ ਖੋਜਣ ਵਾਸਤੇ ਸਿੱਖਿਆ ਦਿੱਤੀ ਹੈ। ਗਰੀਬ ਨਵਾਜ ਜੀ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦੇ ਨੇ ਕਿ ਸੁਚਮਤਾ ਦੇ ਨਾਲ ਅਸੀਂ ਜੀਵ ਨੂੰ ਸਚਿਆਰ ਕਰ ਸਕਦੇ ਹਾਂ, ਉਹਦੀ ਕਲਿਆਣ ਕਰ ਸਕਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸੋਚੈ ਸੋਚ ਨਾ ਹੋਵਈ। ਜਿੰਨੀ ਮਰਜ਼ੀ ਸੁੱਚ ਪਵਿੱਤਰਤਾ ਕੋਈ ਰੱਖ ਲਵੇ ਸਿੱਧੋ, ਇਹ ਸਰੀਰ ਦੀ, ਬਾਹਰੋਂ ਸਰੀਰ ਦੇ ਅਰਥ ਪਹਿਲੋਂ ਸਮਝਣੇ ਕਿ ਸਰੀਰ ਦੀ ਵੀ ਸੁਚਮਤਾ ਜਿਹੜੀ ਹੈ ਮਹਾਰਾਜ ਕਹਿੰਦੇ ਭਾਈ ਹੋ ਨਹੀਂ ਸਕਦੀ। ਜੇ ਸੋਚੇ ਲੱਖ ਵਾਰ, ਜੇ ਮਹਾਰਾਜ ਕਹਿੰਦੇ ਲੱਖਾਂ ਵਾਰੀ ਭਾਵੇਂ ਕੋਈ ਸਾਧ ਸੰਗਤ ਜੀ ਸੋਚੀ ਸੁੱਚ ਪਵਿੱਤਰਤਾ ਰੱਖੀ ਜਾਵੇ, ਜਿੰਨਾ ਮਰਜ਼ੀ ਆਪਣੇ ਸਰੀਰ ਨੂੰ ਧੋ ਲਵੇ, ਮਾਂਜ ਲਵੇ, ਇਹ ਸਰੀਰ ਦੇ 9 ਦੁਆਰੇ ਜਿਹੜੇ ਆ ਇਹਨਾਂ ਰਾਹੀਂ ਗੰਦਗੀ ਰਸਦੀ ਰਹਿੰਦੀ ਹੈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਇਹ ਸਾਧ ਸੰਗਤ ਜੀ ਮਨੁੱਖਾ ਦੇਹ ਜਿਹੜੀ ਹੈ ਨਾ, ਹਜੂਰ ਕਹਿੰਦੇ ਪਾਣੀ ਦੇ ਧੋਣ ਨਾਲ ਪਵਿੱਤਰ ਨਹੀਂ ਹੋ ਸਕਦੀ। ਸਾਧ ਸੰਗਤ ਜੀ ਜੇ ਜਲ ਦੇ ਧੋਣ ਨਾਲ ਹੀ ਪਵਿੱਤਰ ਹੁੰਦੀ ਹੋਵੇ ਤੇ ਮਹਾਰਾਜ ਕਿਹਾ ਕਿ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੈ। ਡੱਡੂ ਤਾਂ ਫਿਰ ਰਹਿੰਦਾ ਹੀ ਪਾਣੀ 'ਚ, ਫਿਰ ਵੀ ਪਵਿੱਤਰ ਨਹੀਂ ਹੁੰਦਾ ਹੈ। ਇੱਕ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਸਮਝਾਉਣ ਵਾਸਤੇ। ਕਹਿੰਦੇ ਇੱਕ ਜੱਟ ਇਸ਼ਨਾਨ ਕਰਦਾ ਪਿਆ ਸੀ, ਬ੍ਰਾਹਮਣ ਨੇ ਆ ਕਰਕੇ ਕਿਹਾ, ਕਹਿੰਦਾ ਉਹ ਭਾਈ ਐਵੇਂ ਥੋੜਾ ਪਵਿੱਤਰ ਹੋਈਦਾ। ਕਹਿੰਦਾ ਮਹਾਰਾਜ ਮੈਨੂੰ ਦੱਸੋ ਕਿਵੇਂ ਪਵਿੱਤਰ ਹੋ ਸਕੀਦਾ। ਕਹਿੰਦੇ ਪਹਿਲੋਂ ਤੂੰ 1.25 ਮਣ ਮਿੱਟੀ ਲੈ ਕਰਕੇ ਆ ਤੇ ਫਿਰ 100 ਵਾਰੀ ਨਹਾ ਮਲ ਕਰਕੇ ਫਿਰ ਪਵਿੱਤਰ ਹੋਵੇਂਗਾ। ਕਹਿੰਦਾ ਅੱਛਾ ਮਹਾਰਾਜ ਦੱਸੋ ਤੁਸੀਂ ਵਿਧੀ ਪੂਰਵਕ, ਮੈਂ ਉਵੇਂ ਹੀ ਕਰਦਾ। ਉਹ ਸਾਰੀ 100 ਮਣ ਮਿੱਟੀ ਮਲ ਮਲ ਕੇ ਨਾਲ ਬ੍ਰਾਹਮਣ ਨੇ ਉਸ ਨੂੰ ਨਵਾਇਆ। ਜਦੋਂ ਉਸ ਇਸ਼ਨਾਨ ਕਰ ਲਿਆ 100 ਵਾਰੀ ਮਲ ਮਲ ਕੇ, ਤੇ ਉਹ ਜੱਟ ਚਲਾਕ ਸੀ, ਉਸਨੇ ਚੂਲੀ ਭਰ ਕੇ ਬ੍ਰਾਹਮਣ ਤੇ ਪਾਤੀ। ਕਹਿੰਦਾ ਓਹੋ ਝੂਠਾ ਕਰਤਾ ਮੈਨੂੰ ਸਾਰਾ ਤੂੰ। ਕਹਿੰਦਾ ਮਹਾਰਾਜ 100 ਵਾਰੀ ਨਹਾ ਕੇ ਵੀ ਅਜੇ ਮੈਂ ਸੁੱਚਾ ਨਹੀਂ ਹੋਇਆ, ਤੇ ਫਿਰ ਝੂਠੇ ਦਾ ਝੂਠਾ ਹੀ ਰਿਹਾ। ਦੇਹੀ ਦੇ ਧੋਣ ਨਾਲ ਵੀ ਸਾਧ ਸੰਗਤ ਜੀ ਦੇਹ ਸੁੱਚੀ ਨਹੀਂ ਹੁੰਦੀ ਹੈ। ਦੇਹ ਜਿਹੜੀ ਹੈ ਨਾ ਇਹ ਅਪਵਿੱਤਰ ਮੰਨੀ ਗਈ ਹੈ। ਇਸ ਕਰਕੇ ਸਤਿਗੁਰਾਂ ਜੀ ਨੇ ਇਹ ਸਾਧਨ ਜਿਹੜਾ ਬਾ ਦਲੀਲ ਤੋੜ ਦਿੱਤਾ। ਮਹਾਰਾਜ ਕਹਿੰਦੇ ਨੇ ਕਿ ਕਿੰਨੀ ਮਰਜ਼ੀ ਕੋਈ ਸਰੀਰ ਦੀ ਸੁਚਮਤਾ ਰੱਖੀ ਜਾਵੇ, ਸਰੀਰ ਸੁੱਚਾ ਨਹੀਂ ਰਹਿ ਸਕਦਾ। ਸਾਧ ਸੰਗਤ ਜੀ ਇਸ ਦੇ ਪੱਖ ਵਿੱਚ ਮੈਂ ਪਹਿਲਾਂ ਬੇਨਤੀ ਇਹ ਕਰਦੇ ਹਾਂ, ਕਿਉਂਕਿ ਜਿਹੜੇ ਸਤਸੰਗਤ ਵਿੱਚ ਨਵੇਂ ਆਉਂਦੇ ਆ ਉਹ ਫਿਰ ਸੁਣ ਕੇ ਚਲੇ ਜਾਂਦੇ ਆ ਕਿ ਸੁਣਿਆ ਸੀਗਾ ਕਿ ਸੁਚਮਤਾ ਦੇ ਨਾਲ ਤਾਂ ਪਵਿੱਤਰ ਨਹੀਂ ਹੋਈਦਾ, ਤੇ ਇਹਦਾ ਅਰਥ ਇਹ ਨਹੀਂ ਹੁੰਦਾ ਕਿ ਗੰਦੇ ਮੰਦੇ ਹੱਥਾਂ ਨਾਲ ਜਿਹੋ ਜਿਹਾ ਮਰਜ਼ੀ ਖਾਈ ਜਾਵੋ ਤੇ ਜਿਹੋ ਜਿਹਾ ਮਰਜ਼ੀ ਭੈੜਾ ਜੀਵਨ ਜਿਹੜਾ, ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ। ਕੋਈ ਵੀ ਸਾਧ ਸੰਗਤ ਜੀ ਜਿਹੜੀ ਚੀਜ਼ ਆ ਉਹਨੂੰ ਹੱਥ ਲਾਓਗੇ ਉਹਦੇ ਵਿੱਚ ਬੈਕਟੀਰੀਆ ਆਪਣੇ ਤਰ੍ਹਾਂ ਦਾ ਹੁੰਦਾ ਹੈ।
ਤੇ ਸਾਇੰਸ ਇਸ ਗੱਲ ਨੂੰ ਸਿੱਧ ਕਰ ਰਹੀ ਹੈ। ਹਜੂਰ ਨੇ ਇਹ ਆਗਿਆ ਦਿੱਤੀ ਹੈ ਕਿ ਭਾਈ ਸੁਚਮਤਾ ਦੇ ਨਾਲ ਭੋਜਨ ਛਕੋ, ਸੁਚਮਤਾ ਆਪਣੇ ਸਰੀਰ ਤੇ ਰੱਖੋ, ਪਰ ਇੱਕ ਮਾਤਰ ਇਹਨੂੰ ਇਹ ਸਾਧਨ ਨਾ ਸਮਝ ਲਵੋ ਕਿ ਵਾਹਿਗੁਰੂ ਦੀ ਪ੍ਰਾਪਤੀ ਦਾ ਕੇਵਲ ਇਹੀ ਸਾਧਨ ਹੈ। ਮਹਾਰਾਜ ਕਹਿੰਦੇ ਨਹੀਂ ਤਾਂ ਭਾਈ ਵੇਖੋ, ਜਿਹੜੀ ਇੱਕ ਉਂਗਲ ਹੈ ਉਹ ਉਂਗਲ ਅਖਵਾਉਂਦੀ ਹੈ, ਪੂਰਾ ਹੱਥ ਨਹੀਂ ਬਣ ਸਕਦੀ। ਸੁਚਮਤਾ ਰੱਖਣੀ ਕੇਵਲ ਇੱਕ ਸਾਧਨ ਜ਼ਰੂਰ ਹੋ ਸਕਦੀ ਹੈ, ਪਰ ਸਾਧ ਸੰਗਤ ਜੀ ਵਾਹਿਗੁਰੂ ਨੂੰ ਮਿਲਣ ਵਿੱਚ ਇਹ ਸੰਪੂਰਨ ਸਾਧਨ ਨਹੀਂ ਹੈ ਆਪਣੇ ਆਪ ਵਿੱਚ। ਇਸੇ ਕਰਕੇ ਜੇ ਅੰਦਰ ਪ੍ਰੀਤ ਨਾ ਲੱਗੀ ਹੋਵੇ ਤੇ ਸਾਧ ਸੰਗਤ ਜੀ ਬਾਹਰੋਂ ਸੁਚਮਤਾ ਰੱਖਣ ਨਾਲ ਕਰਮਕਾਂਡੀ ਹੋ ਜਾਈਦਾ ਹੈ। ਤੇ ਜਿਨ੍ਹਾਂ ਦੇ ਅੰਦਰ ਪ੍ਰੀਤ ਲੱਗੀ ਹੈ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ, ਉਹ ਫਿਰ ਇਹ ਸਾਰੇ ਹੀ ਸਾਧਨ ਸਾਧ ਸੰਗਤ ਜੀ ਕਰਦੇ ਹੈ। ਇਹ ਸਿੱਧਾਂ ਵਿੱਚ ਚੰਗੇ ਸਾਧਨ ਸੀਗੇ ਭਾਵੇਂ, ਪਰ ਮਹਾਰਾਜ ਕਹਿੰਦੇ ਸਿੱਧੋ ਹੀ ਵਾਹਿਗੁਰੂ ਨੂੰ ਮਿਲਣ ਵਿੱਚ ਨਹੀਂ ਨਾ ਸਹਾਈ ਹੁੰਦੇ। ਸਤਿਗੁਰੂ ਜੀ ਸਿਰੇ ਦੀ ਗੱਲ ਦੱਸ ਰਹੇ ਹੈ, ਵਾਹਿਗੁਰੂ ਨੂੰ ਮਿਲਣ ਦਾ ਭੇਦ ਮਹਾਰਾਜ ਜੀ ਦੱਸ ਰਹੇ ਹੈ। ਇਸ ਕਰਕੇ ਇਹ ਸਮਝਣਾ, ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ, ਗੁਰਮਤ ਦੀ ਮਰਿਆਦਾ ਤੋਂ ਦੂਰ ਹੋਣੇ ਕਰਕੇ ਸਾਧ ਸੰਗਤ ਜੀ ਬਹੁਤ ਸਾਰੀ ਘਰਾਂ ਵਿੱਚ ਵੀ ਝੂਠ ਵਰਤਦੀ ਹੈ। ਆਪਣੀਆਂ ਘਰਾਂ ਦੀਆਂ ਚਾਬੀਆਂ ਤੇ ਹੱਥਾਂ ਵਿੱਚ ਫੜੇ ਹੋਏ ਫੋਨ, ਗੱਡੀਆਂ ਦੇ ਉੱਤੇ ਜਿਹੜੇ ਸਟੀਅਰਿੰਗ ਹੈ, ਇਹ ਸਭ ਸਾਧ ਸੰਗਤ ਜੀ ਆਲਾ ਦੁਆਲਾ ਗੰਦਗੀ ਦੇ ਸਹਿਤ ਹੀ ਹੈ। ਜੇ ਗੁਰਸਿੱਖੀ ਵਾਲਾ ਜੀਵਨ ਨਾ ਜੀਵੀਏ, ਹੱਥ ਸੁੱਚੇ ਕਰਕੇ ਭੋਜਨ ਛਕਣਾ ਚਾਹੀਦਾ ਹੈ। ਜੋ ਮਨੁੱਖ ਹੈ ਇਹਨੂੰ ਸਤਿਗੁਰਾਂ ਜੀ ਨੇ ਮਨੁੱਖ ਬਣਨ ਦਾ ਉਪਦੇਸ਼ ਦਿੱਤਾ ਹੈ, ਨਹੀਂ ਤਾਂ ਫਿਰ ਜਾਨਵਰ ਤਾਂ ਨਹੀਂ ਨਾ ਸਾਧ ਸੰਗਤ ਜੀ ਆਪਣੇ ਹੱਥ ਪੈਰ ਧੋ ਸਕਦੇ। ਇਸ ਕਰਕੇ ਜੋ ਉਪਦੇਸ਼ ਹੈ ਉਹਨੂੰ ਇੱਕ ਮਾਤਰ ਸਮਝਣ ਦਾ ਯਤਨ ਕਰਨਾ, ਉਸ ਦੇ ਵਿੱਚੋਂ ਕਿਤੇ ਕੋਈ ਪੁੱਠਾ ਭਾਵ ਲੈ ਕਰਕੇ ਤੇ ਇਹ ਹਜੂਰ ਦੇ ਉਪਦੇਸ਼ ਦਾ ਸਾਧ ਸੰਗਤ ਜੀ ਫਿਰ ਦੁਰਵਰਤੋਂ ਕਰਨੀ ਹੈ। ਕਿਉਂਕਿ ਇੱਕ ਅੰਗ ਸੁਣ ਕਰਕੇ ਆਪਾਂ ਫਿਰ ਜੇ ਝੂਠ ਹੀ ਖਾਈ ਚਲੇ ਜਾਵਾਂਗੇ ਕਿ ਮਹਾਰਾਜ ਜੀ ਨੇ ਕਿਹਾ ਕਿ ਵੇਖੋ ਸੁਚਮਤਾ ਦੇ ਨਾਲ ਤਾਂ ਸੁਚਮਤਾ ਹੋ ਨਹੀਂ ਸਕਦੀ। ਹਜੂਰ ਤਾਂ ਦੇਹ ਦੀ ਦੱਸ ਰਹੇ ਹੈ ਕਿ ਦੇਹ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਜਿੰਨੀ ਮਰਜ਼ੀ ਇਹਦੀ ਸੁਚਮਤਾ ਕਰ ਲਵੋ, ਫਿਰ ਵੀ ਇਸ ਸਰੀਰ ਦੇ ਅੰਦਰੋਂ ਸਾਧ ਸੰਗਤ ਜੀ ਅੱਖਾਂ ਵਿੱਚ ਗਿੱਢ ਆਈ ਹੁੰਦੀ ਹੈ ਤੇ ਕੰਨਾਂ ਵਿੱਚ ਵੀ ਮੈਲ ਆ ਜਾਂਦੀ ਹੈ। ਇਹ ਸਾਰੇ ਜਿਹੜੇ 9 ਦੁਆਰੇ ਆ ਨਾ, ਇਹਨਾਂ ਰਾਹੀਂ ਗੰਦਗੀ ਹੀ ਰਸਦੀ ਹੈ ਸਰੀਰ ਦੇ ਅੰਦਰ। ਇਹ ਕਦੇ ਪਵਿੱਤਰ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਕੋਈ ਜਿੰਨਾ ਮਰਜ਼ੀ ਸੁੱਚ ਪਵਿੱਤਰਤਾ ਜਿਹੜੀ ਹੈ ਉਹ ਰੱਖ ਲੈਣਾ ਕਰੇ, ਚੁੱਪ ਨਾ ਹੋਵੇ। ਫਿਰ ਕਹਿੰਦੇ ਮਹਾਰਾਜ ਦੂਸਰਾ ਸਾਧਨ ਸਾਡੇ ਕੋਲ ਹੈਗਾ ਕਿ ਜਿਹੜਾ ਇਸ ਪ੍ਰਕਾਰ ਮੌਨ ਰੱਖ ਕਰਕੇ, ਤੇ ਜੇ ਬੋਲੇ ਹੀ ਨਾ, ਮੌਨ ਰੱਖ ਕਰਕੇ ਉਹਦਾ ਹਿਰਦਾ ਸਚਿਆਰ ਹੋ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਚੁੱਪੈ ਚੁੱਪ ਨਾ ਹੋ ਬਈ। ਚੁੱਪ ਰਹਿਣ ਨਾਲ ਮਹਾਰਾਜ ਕਹਿੰਦੇ ਮੂੰਹ ਤੋਂ ਵੀ ਚੁੱਪ ਜਿਹੜੀ ਹੈ ਨਾ, ਇਹ ਸਰੀਰਕ ਅਰਥ ਸਮਝਣੇ ਕਿ ਮੂੰਹ ਤੋਂ ਵੀ ਸਾਧ ਸੰਗਤ ਜੀ ਚੁੱਪ ਜਿਹੜੀ ਆ ਉਹ ਰਹਿੰਦੀ ਨਹੀਂ ਹੈ। ਜੇ ਲਾਏ ਰਹਾ ਲਵਤਾਰ, ਚਾਹੇ ਤੇਲ ਧਾਰਾ ਦੀ ਤਰ੍ਹਾਂ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੀ ਹੈ ਨਾ ਉਹ ਚੁੱਪ ਵੱਟ ਕਰਕੇ ਰੱਖੇ, ਪਰ ਫਿਰ ਵੀ ਚੁੱਪ ਨਹੀਂ ਰਹਿ ਸਕਦਾ ਹੈ। ਪ੍ਰਤੱਖ ਵੀ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਸਿੰਘਾਂ ਉਸਤਤ ਬੜੀ ਕੀਤੀ। ਮਹਾਰਾਜ ਮੋਨੀ ਰਾਜ 12 ਸਾਲ ਹੋ ਗਏ ਮੌਨ ਰੱਖਿਆ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ, ਨਾਮ ਦੇ ਜਪਣ ਨਾਲ ਹੀ ਭਲਾ ਹੈ, ਮੌਨ ਰੱਖਣ ਨਾਲ ਭਲਾ ਨਹੀਂ ਹੁੰਦਾ। ਮਹਾਰਾਜ ਬੋਲੇ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਬੁਲਾ ਦਈਏ। ਹਾਂ ਮਹਾਰਾਜ ਦਿਖਾਓ। ਸਤਿਗੁਰੂ ਜੀ ਤੇ ਸਮੇਂ ਉੱਚੀ ਪੁਕਾਰ ਕੇ ਇੱਕ ਸਿੰਘ ਨੂੰ ਆਵਾਜ਼ ਮਾਰੀ। ਮਹਾਰਾਜ ਕਹਿੰਦੇ ਭਾਈ ਸਿੰਘਾ ਲਾਗੇ ਆ। ਹਾਂਜੀ ਮਹਾਰਾਜ। ਸਤਿਗੁਰੂ ਕਹਿੰਦੇ ਮੋਨੀ ਰਾਜ ਦੀ ਖੂਬ ਸੇਵਾ ਕਰ ਲੈ ਜਾ ਨਾਲ। ਤੁਰਨ ਲੱਗਿਆ ਹਜੂਰ ਨੇ ਕਹਿਤਾ ਜਥਾ ਸ਼ਕਤ ਸੇਵਾ ਕਰੀ, ਕੋਈ ਗੱਲ ਨਹੀਂ, ਕਿਉਂਕਿ ਮਹਾਰਾਜ ਪਾਜ ਲਾਉਣਾ ਸੀ ਨਾ। ਉਹਦੇ ਘਰ ਇੱਕ ਸੁੱਕਾ ਪ੍ਰਸ਼ਾਦਾ ਸੀਗਾ, ਉਹ ਭੇਟ ਕੀਤਾ, ਨਾਲ ਲੱਸੀ ਦਾ ਜਿਹੜਾ ਛੰਨਾ ਸੀ ਉਹ ਅੱਗੇ ਰੱਖਿਆ। ਮੋਨੀ ਦੀਆਂ ਅੱਖਾਂ ਲਾਲ ਹੋ ਗਈਆਂ ਕਿ ਇਹ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਸੇਵਾ ਬੜੀ ਕਰੀਏ ਕਿ ਸੁੱਕਾ ਪ੍ਰਸ਼ਾਦਾ ਲਿਆ ਅੱਗੇ ਰੱਖਿਆ। ਉਹਨੇ ਲੱਸੀ ਦਾ ਛੰਨਾ ਡੋਲਤਾ, ਗੁੱਸੇ ਨਾਲ ਕੁੱਤੇ ਨੂੰ ਰੋਟੀ ਪਾਤੀ। ਬੜਾ ਕ੍ਰੋਧ ਆਇਆ ਉਸ ਨੂੰ ਕਿ ਵੇਖੋ ਗੁਰੂ ਸਾਹਿਬ ਨੇ ਮੇਰਾ ਸਤਿਕਾਰ ਕੀਤਾ ਹੈ ਤੇ ਸਿੱਖ ਮੇਰੀ ਕੀ ਨਰਾਦਰੀ ਕਰ ਰਿਹਾ ਹੈ। ਅਗਲੇ ਦਿਨ ਦਰਬਾਰ ਵਿੱਚ ਮਹਾਰਾਜ ਦੇ ਸਤਿਗੁਰਾਂ ਜੀ ਨੇ ਸਿੱਖ ਨੂੰ ਪੁੱਛਿਆ, ਭਾਈ ਸਿੱਖਾ ਸੇਵਾ ਕੀਤੀ ਸੀ? ਤੇ ਸਿੱਖ ਵੀ ਸੱਚ ਬੋਲਿਆ, ਜਥਾ ਸ਼ਕਤ ਹੁੰਦੀ ਜਿੰਨੀ ਪਹੁੰਚ ਪਵੇ। ਸਿੱਖ ਕਹਿੰਦਾ ਮਹਾਰਾਜ ਹਾਂ ਜਥਾ ਸ਼ਕਤ ਸੇਵਾ ਕੀਤੀ ਹੈ। ਮੋਨੀ ਉਸੇ ਵੇਲੇ ਬੋਲ ਪਿਆ, ਕਹਿੰਦਾ ਮਹਾਰਾਜ ਝੂਠ ਬੋਲਦਾ ਏ।
ਇਹਨੇ ਸੁੱਕੀ ਰੋਟੀ ਦਿੱਤੀ ਮੈਨੂੰ। ਹਜੂਰ ਵੀ ਹੱਸ ਪਏ ਤੇ ਸਿੰਘ ਵੀ ਹੱਸ ਪਏ। ਮਹਾਰਾਜ ਕਹਿੰਦੇ ਵੇਖਿਆ ਇਹਦਾ ਮੌਨ, ਮੂੰਹ ਤੋਂ ਹੀ ਬੋਲ ਪਿਆ। ਸਾਧ ਸੰਗਤ ਜੀ, ਇਉਂ ਚੁੱਪ ਜਿਹੜੀ ਆ ਨਾ ਉਹ ਜੀਵ ਕੋਲੋਂ ਰਹਿ ਨਹੀਂ ਸਕਦੀ ਹੈ। ਸਤਿਗੁਰੂ ਜੀ ਕਹਿੰਦੇ ਮੌਨ ਧਾਰਨ ਦੇ ਨਾਲ ਵੀ ਮੌਨ ਜਿਹੜੀ ਆ ਮੂੰਹ ਦੀ ਵੀ ਸਤਿਗੁਰੂ ਜੀ ਕਹਿੰਦੇ ਟੁੱਟ ਜਾਂਦੀ, ਭਾਵੇਂ ਕਿੰਨੀ ਤੇਲ ਧਾਰਾ ਦੀ ਤਰ੍ਹਾਂ ਚੁੱਪ ਵੱਟ ਕੇ ਰੱਖੇ। ਭੁੱਖ ਨਾ ਉਤਰੇ। ਫਿਰ ਸਾਧ ਸੰਗਤ ਜੀ ਜਿਹੜਾ ਭੁੱਖਾ ਪੁਰਸ਼ ਵੈ ਉਹਦੀ ਮਹਾਰਾਜ ਕਹਿੰਦੇ ਭਾਈ ਭੁੱਖ ਨਹੀਂ ਉਤਰਦੀ ਆ, ਪੇਟ ਦੀ ਭੁੱਖ ਦੀ ਬਾਬਤ ਸਮਝਣਾ। ਜੇ ਬੰਨਾ ਪੁਰੀਆਂ ਪਹਾਰ। ਮਹਾਰਾਜ ਕਹਿੰਦੇ ਭਾਈ ਭਾਵੇਂ ਪੁਰੀਆਂ ਦਾ ਸ਼ਹਿਰਾਂ ਦਾ ਭਾਰ ਜਿਹੜਾ ਬੰਨ ਦਈਏ, ਭਾਵ ਉਹਨੂੰ ਦੇ ਦਈਏ, ਤਾਂ ਵੀ ਸਾਧ ਸੰਗਤ ਜੀ ਜਿਹੜੇ ਜਿਵੇਂ ਅਸੀਂ ਪ੍ਰਸ਼ਾਦਾ ਛਕਦੇ ਆ, ਕਿ ਇੱਕ ਵਾਰੀ ਪ੍ਰਸ਼ਾਦਾ ਛਕਣ ਨਾਲ ਸਾਡੀ ਭੁੱਖ ਉਤਰ ਜਾਂਦੀ ਹੈ? ਨਹੀਂ, ਫਿਰ ਲੱਗ ਜਾਂਦੀ ਹੈ ਸ਼ਾਮ ਨੂੰ। ਮਹਾਰਾਜ ਕਹਿੰਦੇ ਭਾਈ ਇਹ ਸਰੀਰ ਦੇ ਅੰਦਰ ਜਿਹੜੀ ਆ ਨਾ ਭੁੱਖੇ ਰਹਿਣ ਨਾਲ, ਜਿਵੇਂ ਉਹਨਾਂ ਕਿਹਾ ਕਿ ਮਹਾਰਾਜ ਸਾਡੇ ਕੋਲ ਤੀਸਰਾ ਸਾਧਨ ਹੈ ਕਿ ਵਰਤ ਰੱਖ ਕਰਕੇ ਅਸੀਂ ਜੀਵ ਦਾ ਹਿਰਦਾ ਸਚਿਆਰ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਭੁੱਖੇ